Hello students, welcome to Chemistry Real. ਅੱਜ ਬੇਟੇ ਆਪਾਂ ਕਲਾਸ +2 ਦਾ ਚੈਪਟਰ ਅਲਕੋਹਲਸ ਫਿਨੋਲਸ ਐਂਡ ਈਥਰਸ ਦੇ ਵਿੱਚੋਂ ਈਥਰਸ ਵਾਲਾ ਪਾਰਟ ਕਰਨਾ ਹੈ। ਸੋ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲੇ ਲੈਕਚਰਸ ਦੇ ਵਿੱਚ ਵੀ ਇਹੀ ਸਮਝਾਇਆ ਹੈ ਕਿ ਕਾਪੀ ਪੈਨ ਆਪਣੇ ਕੋਲ ਰੱਖੋ ਔਰ ਲਿਖ ਕੇ ਹਰ ਇੱਕ ਚੀਜ਼ ਨੂੰ ਸਮਝੋ। ਜਿੱਥੇ ਕਿਤੇ ਪ੍ਰੋਬਲਮ ਆਉਂਦੀ ਹੈ ਤਾਂ ਲਾਈਵ ਚੈਟ ਦੇ ਵਿੱਚ ਤੁਸੀਂ ਉੱਥੇ ਕੁਐਸਚਨ ਪੁੱਟ ਕਰੋ और जे समझ आता है तो #chemistryhood. So without wasting much time, let's begin with the topic ethers. So ethers topic ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਇਹ ਪੜ੍ਹਨਾ ਹੈ ਕਿ ethers ਜਿਹੜੇ ਹੈ ਹੁੰਦੇ ਕੀ ਹੈ। ਠੀਕ ਹੈ, so ethers ਜਿਹੜੇ ਹੈ they are the compounds जिन्हां दा जनरल फॉर्मूला CnH2n + 2O बिल्कुल अल्कोहल की तरह ही इन्हां दा फॉर्मूला हुंदा है ते इनका जिहड़ा रिप्रजेंटेशन है दैट इज ROR। कहने का मतलब है कि ऑक्सीजन दे आले दुआले दो R ग्रुप हुंदे हैं ते इन्हां नूं असीं एनहाइड्राइड ऑफ अल्कोहल भी कहने हैं। सो ये तीन लाइनां आपां इत्थे कीतियां, इन्हां तिन्नां लाइनां दा की मीनिंग है आपां वो समझते हैं। सो पहली चीज़ तुहानूं कही कि ईथर्स दा जिहड़ा जनरल फॉर्मूला है दैट इज CnH2n + 2O। जिहड़े ईथर्स हैं जिन्ने कार्बन्स ठीक उसके डबल तो दो ज्यादा यानी कि लाइक दिस ਇਹ ਇਹਨਾਂ ਦਾ ਜਨਰਲ ਫਾਰਮੂਲੇ ਦੇ ਅਕੋਰਡਿੰਗ ਮੋਲੀਕੂਲਰ ਫਾਰਮੂਲਾ ਬਣਿਆ। ਇਹਦਾ ਜਿਹੜਾ ਸਟਰਕਚਰਲ ਅੰਡਰਸਟੈਂਡਿੰਗ ਹੈ ਉਹ ਹੁਣੇ ਹੀ ਕਰਦੇ ਆ ਆਪਾਂ। ਜਦੋਂ ਸਟਰਕਚਰਲ ਅੰਡਰਸਟੈਂਡਿੰਗ ਕਰਨੀ ਹੈ ਨਾ ਤਾਂ ਆਪਾਂ ਇਸ ਫਾਰਮੂਲੇ ਨੂੰ ROR ਦੀ ਸ਼ਕਲ ਦੇ ਵਿੱਚ ਲਿਖਣਾ ਹੈ, where R' and R they can be same, they can be different। ਹੁਣ ਜਿਵੇਂ ਇੱਥੇ 5 ਕਾਰਬਨ ਦੀ ਗੱਲ ਕੀਤੀ ਹੈ ਨਾ ਆਪਾਂ, ਸੋ ਆਕਸੀਜਨ ਦੇ ਆਲੇ ਦੁਆਲੇ ਇੱਕ ਪਾਸੇ 3 ਤੇ ਇੱਕ ਪਾਸੇ 2। ਓਕੇ, C3H7 C2H5 R ग्रुप मतलब जिन्ने कार्बन उसके डबल तो एक ज्यादा हाइड्रोजन। सो काउंट करो इत्थे C5 और H12 बन गए नाल O। सो फॉर्मूला आ वाला मॉलिक्यूलर फॉर्मूला and this is the structural formula। so in general ethers da this is molecular formula and ROR is its structural formula। so ethers ਜਿਹੜੇ ਹੈ ਉਹਨਾਂ ਨੂੰ एनहाइड्राइड ऑफ अल्कोहल भी किया जाता है। जे दो अल्कोहल मॉलिक्यूल ले ले ਆਪਾਂ ROH ਤੇ ਦੋ ਅਲਕੋਹਲ ਮੋਲੀਕਿਊਲਸ ਦੇ ਵਿੱਚੋਂ ਦੀ ਇੱਕ ਵਾਟਰ ਮੋਲੀਕਿਊਲ ਜਿਹੜਾ ਹੈ ਜੇ ਉਹ ਬਾਹਰ ਨਿਕਲ ਜਾਏ ਤਾਂ ਪਿੱਛੇ ROR' ਇਹ ਬਣ ਜਾਏਗਾ। ਵਾਟਰ ਬਾਹਰ ਨਿਕਲੇ ਜਿਸ ਕਰਕੇ ਆਪਾਂ ਇਹਨੂੰ ਕਹਿੰਦੇ ਆ ਐਨਹਾਈਡਰਾਈਡ। ਠੀਕ ਹੈ, ਈਥਰ ਜਿਹੜਾ ਹੈ ਉਹ ਅਲਕੋਹਲਸ ਦਾ ਐਨਹਾਈਡਰਾਈਡ ਹੈ। ਸੋ ਆਪਾਂ 3 ਪੁਆਇੰਟ ਇੱਥੇ ਈਥਰ ਦੀ ਇੰਟਰੋਡਕਸ਼ਨ ਦੇ ਵਿੱਚ ਕੀਤੇ ਹੈ। ਕਿਹੜੇ ਕਿਹੜੇ? ਈਥਰਸ ਦਾ ਮੋਲੀਕੂਲਰ ਫਾਰਮੂਲਾ CnH2n + 2O। ਈਥਰਸ ਦਾ ਸਟਰਕਚਰਲ ਫਾਰਮੂਲਾ ਕਿ ਆਕਸੀਜਨ ਦੀ ਦੋਨੋਂ ਸਾਈਡ ਤੇ R ਗਰੁੱਪ ਲੱਗਿਆ ਹੁੰਦਾ ਹੈ ਤੇ ਈਥਰਸ ਨੂੰ ਅਲਕੋਹਲ ਦਾ ਐਨਹਾਈਡਰਾਈਡ ਕਿਹਾ ਜਾਂਦਾ ਹੈ। ਸੋ ਨੈਕਸਟ ਜੋ ਆਪਾਂ ਇੱਥੇ ਸਟੱਡੀ ਕਰਨਾ ਹੈ दैट इज ਈਥਰਸ ਦੀ ਜਿਹੜੀ ਕਲਾਸੀਫਿਕੇਸ਼ਨ ਹੈ ਉਹ ਦੋ ਤਰੀਕੇ ਦੇ ਵਿੱਚ ਆਪਾਂ ਕਰ ਸਕਦੇ ਹਾਂ। ਪਹਿਲੀ ਕਲਾਸੀਫਿਕੇਸ਼ਨ ਦੇ ਅਕੋਰਡਿੰਗਲੀ ਈਥਰਸ ਨੂੰ ਅਸੀਂ ਐਲੀਫੈਟਿਕ ਜਾਂ ਐਰੋਮੈਟਿਕ ਈਥਰਸ ਦੋ ਕੈਟਾਗਰੀਜ਼ 'ਚ ਡਿਵਾਈਡ ਕਰਦੇ ਹਾਂ। ਐਲੀਫੈਟਿਕ ਈਥਰਸ ਕਿਹੜੇ ਹੁੰਦੇ ਆ? ਜਿੰਦੇ ਵਿੱਚ R ਔਰ R' ਦੋਨੋਂ ਐਲਕਾਈਲ ਗਰੁੱਪ ਹੈ, ਉਹਨਾਂ ਨੂੰ ਅਸੀਂ ਕਹਿੰਦੇ ਆ ਐਲੀਫੈਟਿਕ ਈਥਰ। ਜਿਵੇਂ ਡਾਈ ਮਿਥਾਈਲ ਈਥਰ ਤੇ ਆਕਸੀਜਨ ਦੇ ਇੱਕ ਪਾਸੇ ਮਿਥਾਈਲ ਗਰੁੱਪ ਤੇ ਇੱਕ ਪਾਸੇ ਇਥਾਈਲ ਗਰੁੱਪ, ਇਹਨੂੰ ਅਸੀਂ ਇਥਾਈਲ ਮਿਥਾਈਲ ਈਥਰ ਕਹਿ ਦਿੱਤਾ। ਦੂਸਰੀ ਕੈਟਾਗਰੀ ਦੇ ਵਿੱਚ ਐਰੋਮੈਟਿਕ ਈਥਰਸ ਆ ਜਾਂਦੇ ਹੈ ਜਿੰਦੇ ਵਿੱਚ ਜਾਂ ਤਾਂ ਦੋਨੋਂ R ਗਰੁੱਪਸ ਦੀ ਥਾਂ ਤੇ ਜਾਂ ਘੱਟੋ ਘੱਟ ਇੱਕ R ਗਰੁੱਪ ਦੀ ਥਾਂ ਤੇ ਫਿਨਾਈਲ ਰਿੰਗ ਮਤਲਬ ਬੈਂਜ਼ੀਨ ਰਿੰਗ ਲੱਗੀ ਹੋਵੇ, ਜਾਂ ਤਾਂ ਦੋਨੋਂ
या घट्टो घट एक पासे। इनका नाम की बनया मिथाइल फिनाइल ईथर एंड दिस इज डाइफिनाइल ईथर। इत्थे आपां दूसरी जिहड़ी क्लासिफिकेशन कर सकते हैं ईथर्स दी, वो है ईथर्स नू बेटा आपां अनसिमेट्रिकल और सिमेट्रिकल ईथर्स भी कह सकते हैं। अनसिमेट्रिकल ईथर्स का मतलब की होएगा ते सिमेट्रिकल ईथर्स का मतलब की होएगा, जे तां दोनों आर ग्रुप ਉਹਦੇ ਨਾਲ ਜਿਹੜੇ ਅਟੈਚਡ ਹੈ, ਇਫ ਦੇ ਆਰ ਸੇਮ ਦੈਨ ਦੈਟ ਇਜ਼ ਸਿਮੈਟ੍ਰਿਕਲ। ਬਟ ਅਗਰ ਉਹਦੇ ਨਾਲ ਅਟੈਚਡ ਦੋਨੋਂ ਆਰ ਗਰੁੱਪਸ ਜਿਹੜੇ ਹੈ ਉਹ ਡਿਫਰੈਂਟ ਹੈ, ਮੰਨ ਲਓ ਦੋਨੋਂ ਪਾਸੇ ਮਿਥਾਈਲ ਲੱਗਿਆ ਜਾਂ ਦੋਨੋਂ ਪਾਸੇ ਹੀ ਈਥਾਈਲ ਲੱਗਿਆ, ਦੈਨ ਦੈਟ ਇਜ਼ ਅ ਸਿਮੈਟ੍ਰਿਕਲ ਈਥਰ। ਅਨਸਿਮੈਟ੍ਰਿਕਲ ਈਥਰ ਦੇ ਵਿੱਚ ਇੱਕ ਪਾਸੇ ਮਿਥਾਈਲ ਇੱਕ ਪਾਸੇ ਈਥਾਈਲ ਹੋ ਸਕਦਾ, ਇੱਕ ਪਾਸੇ ਮਿਥਾਈਲ ਇੱਕ ਪਾਸੇ ਫੀਨਾਈਲ। ਸੋ ਇਸ ਤਰੀਕੇ ਨਾਲ ਅਸੀਂ ਈਥਰਸ ਨੂੰ ਦੋ ਤਰੀਕਿਆਂ ਨਾਲ ਕਲਾਸੀਫਾਈ ਕਰ ਸਕਦੇ ਹਾਂ। ਪਹਿਲੇ ਤਰੀਕੇ ਦੇ ਵਿੱਚ ਅਸੀਂ ਐਲੀਫੈਟਿਕ ਤੇ ਐਰੋਮੈਟਿਕ ਈਥਰ ਕਹਿੰਦੇ ਹਾਂ। ਦੂਸਰੀ ਤਰ੍ਹਾਂ ਦੀ ਕਲਾਸੀਫਿਕੇਸ਼ਨ ਦੇ ਵਿੱਚ ਅਸੀਂ ਈਥਰਸ ਨੂੰ ਸਿਮੈਟ੍ਰਿਕਲ ਐਂਡ ਅਨਸਿਮੈਟ੍ਰਿਕਲ ਈਥਰਸ ਦੀ ਕੈਟਾਗਰੀ 'ਚ ਡਿਵਾਈਡ ਕਰ ਸਕਦੇ ਹਾਂ। ਸੋ ਇਹਦੇ ਵਿੱਚ ਨੈਕਸਟ ਚੀਜ਼ ਜੋ ਸਾਨੂੰ ਸਮਝਣ ਵਾਲੀ ਹੈ ਦੈਟ ਇਜ਼ ਸਟਰਕਚਰ ਆਫ ਈਥਰ। ਈਥਰ ਦਾ ਸਟਰਕਚਰ ਬੇਟਾ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਜਦੋਂ ਐਲਕੋਹਲਸ ਦਾ ਤੇ ਫਿਨੋਲਸ ਦਾ ਸਟਰਕਚਰ ਕੀਤਾ ਸੀ। ਇਹਦੇ ਵਿੱਚ ਅਸੀਂ ਇਹ ਚੀਜ਼ ਦੇਖਦੇ ਹਾਂ ਕਿ ਈਥਰ ਦਾ ਸਟਰਕਚਰ ਦੇਖਣ ਨੂੰ ਸਿੰਪਲ ਲੱਗਦਾ ਹੈ ਕਿ ਆਰ ਗਰੁੱਪ ਆਕਸੀਜਨ ਦੇ ਆਲੇ ਦੁਆਲੇ ਹੈ। ਤਾਂ ਕਈ ਬੱਚੇ ਇਹਨੂੰ ਕਿਸ ਤਰ੍ਹਾਂ ਸਮਝਦੇ ਹੈ ਕਿ ਇਟ ਇਜ਼ ਲਾਈਕ ਦਿਸ, ਹੈ ਨਾ, ਬਟ ਦਿਸ ਇਜ਼ ਨਾਟ ਅ ਲੀਨੀਅਰ ਸਟਰਕਚਰ, ਦਿਸ ਇਜ਼ ਰੋਂਗ। एक्चुअल स्ट्रक्चर जिहड़ा है वो एंगुलर स्ट्रक्चर है। ईथर्स जिहड़े हैं दे आर बेंट, ठीक है। सो इस स्ट्रक्चर नूं आपां थोड़ा जिहा समझण दी कोशिश करते हैं बेटा। ऑक्सीजन दे कोले एज वी ऑल नो कि दो लोन पेयर हैं ते दो इहदे नाल बॉन्ड पेयर है, ठीक। हुण जिहड़ा बॉन्ड एंगल है ਜਿਹਨੂੰ ਅਸੀਂ COC बॉन्ड एंगल कहने हैं, दिस बॉन्ड एंगल इज मोर दैन द टेट्राहेड्रल बॉन्ड एंगल। टेट्राहेड्रल बॉन्ड एंगल 109 डिग्री हुंदा है, उनदे तो ये ज्यादा है। कारण जिहड़ा आर ग्रुप है ना, दीज आर द बल्की ग्रुप्स। जे आपां ईथर दा स्ट्रक्चर देखिए तां आ हैगी है दो लोन पेयर ईथर दी ऑक्सीजन दे आले दुआले। ਤੇ ਇੱਥੇ ਜੇ ਮੰਨ ਲਓ ਸਿੰਪਲੈਸਟ ਵੀ ਆਪਾਂ ਗੱਲ ਕਰੀਏ ਨਾ ਤਾਂ ਮਿਥਾਈਲ ਗਰੁੱਪ ਲੱਗਿਆ ਹੋਏਗਾ। ਸੋ ਜਿਹੜਾ ਮਿਥਾਈਲ ਗਰੁੱਪ ਹੈ ਉਹਦੇ ਬਲਕੀਨੈਸ ਮਤਲਬ ਉਹ ਬੜਾ ਹੁੰਦਾ ਹੈ ਨਾ, ਤਾਂ ਇਹਨਾਂ ਦੇ ਵਿੱਚ ਇੰਟਰ ਇਲੈਕਟ੍ਰੋਨਿਕ ਰਿਪਲਸ਼ਨਸ ਸ਼ੁਰੂ ਹੋ ਜਾਂਦੀਆਂ, ਜਿਸ ਕਰਕੇ ਆ ਬੌਂਡ ਐਂਗਲ ਜਿਹੜਾ ਹੈ ਇਹ ਵੱਡਾ ਹੋ ਜਾਂਦਾ ਹੈ। ਸੋ ਦਿਸ ਬੌਂਡ ਐਂਗਲ ਇਜ਼ 111 degrees which is more than the normal tetrahedral बॉन्ड एंगल। नो डाउट लोन पेयर जिहड़े हैं वो रिपेल करते हैं आपस च, ठीक है, बट इत्थे बॉन्ड पेयर जिहड़े हैं वो बल्कि होण करके वो भी आपस दे विच स्ट्रॉन्ग रिपल्शनस दिंदे हैं, जिस करके ईथर दे विच बॉन्ड एंगल जिहड़ा है वो अल्कोहल्स या फिनोल्स दे मुकाबले ज्यादा हुंदा है। हालांकि जिहड़ी बॉन्ड लेंथ है ये अल्कोहल दे जिन्नी ही हुंदी है, ठीक है। अल्कोहल्स दे विच आपां 142 पिकोमीटर्स पढ़ी सी ये बॉन्ड लेंथ। सो नेक्स्ट आ जाता है प्रिपरेशन ऑफ ईथर। प्रिपरेशन ऑफ ईथर तो पहला आपां एक बारी ईथर्स दियां नॉमनक्लेचर भी देख लिए ते नाल दी नाल ही आपां इत्थे नॉमनक्लेचर दे नाल नाल आइसोमरिज्म भी एक बारी देख लिए। सो जदों आपां ईथर्स दे नॉमनक्लेचर दी गल करते हैं तो ईथर दे IUPAC नेमिंग दे विच ROR इस स्ट्रक्चर नू आपां अल्कोक्सी अल्केन कहना है। अल्कोक्सी अल्केन, अल्कोक्सी अल्केन दे विच असीं ये देखते हैं कि आ कार्बन चेन और आ कार्बन चेन जिहड़ियां है ये ऑक्सीजन दे नाल ब्रेकअप हो गई। सो एक कॉन्टीन्यूटी च नहीं हैगियां, इत्थे कार्बन्स लगे हुए हैं ते इत्थे विच ऑक्सीजन आ गया, इधर एक कार्बन चेन है, ठीक है। सो जेड़े पासे कार्बन चेन छोटी है ਉਹਨੂੰ ਅਸੀਂ ਅਲਕੋਕਸੀ ਲਵਾਂਗੇ, ਜਿਹੜੇ ਪਾਸੇ ਵੱਡੀ ਚੇਨ ਹੈ ਉਹਨੂੰ ਅਸੀਂ ਅਲਕੇਨ ਕਵਾਂਗੇ।
ਕਹਿਣ ਦਾ ਮਤਲਬ ਇਹ ਹੈ ਕਿ ਜੇ ਸਪੋਜ਼ ਤੁਹਾਨੂੰ ਕਿਹਾ ਜਾਂਦਾ ਹੈ ਮਿਥੋਕਸੀ ਪ੍ਰੋਪੇਨ, ਤਾਂ ਇਹਦਾ ਮਤਲਬ ਕੀ ਹੋਏਗਾ ਕਿ ਇੱਕ ਪਾਸੇ ਆਕਸੀਜਨ ਦੇ ਮਿਥੋਕਸੀ ਗਰੁੱਪ ਲੱਗੇ ਹੈ, ਯਾਨੀ ਕਿ ਆਕਸੀਜਨ ਦੇ ਇੱਕ ਪਾਸੇ, ਆਈ ਐਮ ਰਿਪੀਟਿੰਗ, ਆਕਸੀਜਨ ਦੇ ਇੱਕ ਪਾਸੇ ਮਿਥੋਕਸੀ ਗਰੁੱਪ, ਮਿਥਾइल ग्रुप, दिस इज एक्चुअली मिथॉक्सी, नाल लग्या होया इहदे प्रोपेन मतलब प्रोपाइल ग्रुप, ठीक है। सो ਇੱਥੇ ਤੁਹਾਨੂੰ ਹੁਣ ਮੈਂ ਕੁਝ ਈਥਰਸ ਦੇ ਨਾਮ ਦੇ ਰਹੀ ਹਾਂ ਤੇ ਤੁਸੀਂ ਉਹਨਾਂ ਦੀ IUPAC ਨੇਮਿੰਗ ਟਰਾਈ ਕਰਨੀ ਹੈ ਕਿ ਇਹਦਾ ਕੀ ਨਾਮ ਹੋਏਗਾ। ਸਪੋਜ਼ ਦਿਸ ਇਜ਼, ਸੋ ਇਹਦਾ ਨਾਮ ਕੀ ਬਣੇਗਾ, ਇੱਕ ਪਾਸੇ ਮਿਥਾइल ग्रुप है, दूजे पासे इथाइल ग्रुप है, दोनों चो वड्डा केड़ा है इथाइल ग्रुप, सो इट विल बिकम इथेन। तो एल्कोक्सी ग्रुप केड़ा होएगा इत्थे, मिथॉक्सी। ओके, टेक वन मोर एग्जांपल। नाउ प्लीज ट्राई टू राइट स्ट्रक्चर ऑफ मिथॉक्सी बेंजीन। मिथॉक्सी बेंजीन दा स्ट्रक्चर की होएगा, कैन यू थिंक ऑफ, ट्राई करो मिथॉक्सी बेंजीन। यस, सो इट विल बी, मिथॉक्सी ग्रुप तो ਹੁਣ ਸਮਝ ਲੱਗ ਗਿਆ ਹੋਣਾ ਕਿ ਜਦੋਂ ਕੋਈ ਵੀ ਕਾਊਂਟਰ ਪਾਰਟ ਉਸ ਤੋਂ ਬੜਾ ਲੱਗਾ ਹੋਇਆ ਤਾਂ OCH3 is methoxy group। So I think alkoxy alkane ਇਹ ਪਾਰਟ ਤੁਹਾਨੂੰ ਹੁਣ ਅੱਛੀ ਤਰ੍ਹਾਂ ਕਲੀਅਰ ਹੈ, nomenclature of ethers। Next is isomerism in ethers। ethers ਦੇ ਵਿੱਚ isomerism, ਇਹਦੇ ਵਿੱਚ ਮੇਨਲੀ ਦੋ ਆਈਸੋਮਰਿਜ਼ਮ, ਵੈਸੇ ਤਾਂ ਈਥਰ ਕਾਫੀ ਆਈਸੋਮਰਿਜ਼ਮ ਸ਼ੋ ਕਰਦਾ ਹੈ, ਤਿੰਨ ਤਰ੍ਹਾਂ ਦੇ ਕਹਿ ਲਓ ਆਈਸੋਮਰਿਜ਼ਮ ਸ਼ੋ ਕਰਦਾ ਹੈ। ਪਹਿਲਾ ਹੈ ਚੇਨ ਆਈਸੋਮਰਿਜ਼ਮ, ਦੂਸਰਾ ਹੈ ਮੈਟਾਮੈਰਿਜ਼ਮ और तीसरा है फंक्शनल आइसोमेरिज्म। सो चेन आइसोमेरिज्म की होएगा, यस, चेन आइसोमेरिज्म ਦਾ ਮਤਲਬ ਹੁੰਦਾ ਹੈ ਕਿ ਜਦੋਂ ਆਕਸੀਜਨ ਦੀ ਆਈਦਰ ਸਾਈਡ ਤੇ ਆਕਸੀਜਨ, ਇੱਕ ਐਗਜ਼ਾਮਪਲ ਲੈ ਕੇ ਸਮਝਦੇ ਹਾਂ ਬੇਟਾ, ਜੇ ਇਧਰਲੇ ਪਾਸੇ C2 ਲੱਗੇ, ਇਧਰਲੇ ਪਾਸੇ C2 ਲੱਗੇ, ਠੀਕ ਹੈ, ਤਾਂ ਇਹਦੇ ਚ ਟੋਟਲ 4 ਕਾਰਬਨਸ ਹੈ। और जे सपोज एक पासे, ਤਾਂ ਇਸ ਸਿਚੁਏਸ਼ਨ ਦੇ ਵਿੱਚ ਆਕਸੀਜਨ ਦੇ ਆਲੇ ਦੁਆਲੇ ਚੇਨ ਲੈਂਥ ਇਜ਼ ਡਿਫਰੈਂਟ, ਠੀਕ, ਤਾਂ ਇਹਨੂੰ ਅਸੀਂ ਕੀ ਕਵਾਂਗੇ, ਇਹ ਕਿਹੜੀ ਐਗਜ਼ਾਮਪਲ ਹੋਏਗੀ, दिस इज नॉट द चेन आइसोमरिज्म, याद रखना है, दिस इज एक्चुअली मेटामेरिज्म। बच्चे चेन आइसोमरिज्म और मेटामेरिज्म च कंफ्यूज करते हैं। चेन आइसोमरिज्म की चीज होएगी कि मान लो एक पासे मिथाइल ग्रुप लगे है और दूसरे पासे ब्यूटाइल ग्रुप लगे C4H9। जे तो ये ब्यूटाइल एन ब्यूटाइल और आइसोब्यूटाइल वर्गी कोई चेन शो करता है, then that is a chain isomerism। ओके, जिवें आपां इत्थे कह सकते हैं कि 3 कार्बन जिहड़े है वो एक स्ट्रेट चेंज हो गए ते आ एक चौथा कार्बन जिहड़ा है वो साइड चेंज हो गया, ठीक है। सो इनका नाम की बन जाएगा 1 मिथॉक्सी, ठीक है, 2 मिथाइल, दिस इज 2 मिथाइल प्रोपेन, okay, and it will be different from methoxy butane। सो ये जिहड़ी है एग्जाम्पल बनी चेन आइसोमरिज्म दी, और जेकर मॉलिक्यूलर फॉर्मूला इज सेम लाइक दिस, बट ऑक्सीजन दे आले दुआले चेन लेंथ इज डिफरेंट। हुण देखो इहदे विच टोटल C6 होणगे ते H किन्ने होणगे, 12 तो 2 ज्यादा O। इन्हां दोनों केसेस दे विच मॉलिक्यूलर फॉर्मूला इज सेम, पर ऑक्सीजन दे आले दुआले चेन लेंथ दा फर्क है। इस केस दे विच 2 ते 4 कार्बन है, इस केस च 3 ते 3, कुल मिला के तो 6 ही है ना। सो जदों फंक्शनल ग्रुप दे आले दुआले चेन लेंथ दा फर्क हुंदा है तां ओनू आपां कहने हैं मेटामेरिज्म, ठीक है। और जदों चेन दा ही सिंपल फर्क है, चेन लेंथ इक्को पासे,
ਉਹ ਐਨ ਬਿਊਟੇਨ ਹੈ ਜਾਂ ਆਈਸੋਬਿਊਟੇਨ ਹੈ, ਤਾਂ ਉਸ ਫਰਕ ਨੂੰ ਅਸੀਂ ਕਵਾਂਗੇ ਚੇਨ ਆਈਸੋਮਰਿਜ਼ਮ। ਫੰਕਸ਼ਨਲ ਆਈਸੋਮਰਿਜ਼ਮ ਦੇ ਵਿੱਚ ਕੀ ਹੁੰਦਾ ਹੈ ਕਿ ਜਿਵੇਂ ਆਪਾਂ ਨੂੰ ਇੱਥੇ ਫੇਮਸ ਪਤਾ ਹੀ ਹੈ ਕਿ ਅਲਕੋਹਲਸ मतलब फॉर एग्जाम्पल हेक्सेनोल, और जे ਆਪਾਂ ईथर लईए इनके कॉरस्पॉन्डिंग अल्कोहल्स और ईथर्स जेड़े हैं, as you can see C6H14O, this is hexanol and this is ether. So अल्कोहल और ईथर ये जेड़े हैं फंक्शनल आइसोमर हुंदे हैं। So ईथर दा फंक्शनल आइसोमर अल्कोहल और अल्कोहल दा फंक्शनल आइसोमर ईथर। Molecular formula is same in both the cases, but the functional group is different. That's why alcohol और ether ਦੀ ਹਮੇਸ਼ਾ ਪਪੂਲਰ ਐਗਜ਼ਾਮਪਲ ਲਿੱਤੀ ਜਾਂਦੀ ਹੈ ਫੰਕਸ਼ਨਲ ਆਈਸੋਮਰਿਜ਼ਮ ਚ। ਇਸ ਤੋਂ ਇਲਾਵਾ ਤੁਹਾਨੂੰ ਮੈਂ ਪਿਛਲੀ ਵਾਰੀ ਵੀ ਦੱਸਿਆ ਸੀ ਕਿ ਇਸ ਤੋਂ ਇਲਾਵਾ ਫੰਕਸ਼ਨਲ ਆਈਸੋਮਰਿਜ਼ਮ ਦੀ ਇੱਕ ਪਪੂਲਰ ਐਗਜ਼ਾਮਪਲ ਹੈ ਐਂਡ that is aldehydes and ketones। ਇਹਨਾਂ ਦਾ ਵੀ ਮੋਲੀਕੂਲਰ ਫਾਰਮੂਲਾ ਸੇਮ ਹੁੰਦਾ ਹੈ, बट इन्हां दे विच फंक्शनल ग्रुप डिफरेंट हुंदा है। सो ये तुसी बेटा MCQs या 1 मार्क क्वेश्चन या जनरल नॉलेज पॉइंट ऑफ व्यू या कॉम्पिटिशंस किते भी तुहानू ये चीज पूछी जा सकती है। अल्कोहल दा फंक्शनल आइसोमर ईथर और एल्डिहाइड दा फंक्शनल आइसोमर कीटोन एंड वाइस वर्सा। सो हुण बेटा जी अपने कोले जे आपां गल करदे हैं कि प्रेपरेशन ऑफ ईथर, ਤਾਂ ਉਹ ਕਨਸੈਪਟ ਕਰਨ ਦੇ ਲਈ ਆਪਾਂ ਹੁਣ ਐਲੀਜੀਬਲ ਹੋ ਗਏ ਹਾਂ। ਪ੍ਰੈਪਰੇਸ਼ਨ ਆਫ ਈਥਰ ਦੇ ਵਿੱਚ ਜਿਹੜਾ ਅਸੀਂ ਫਰਸਟ ਮੈਥਡ ਕਰਦੇ ਹਾਂ that is by dehydration of alcohol, ਮਤਲਬ ਐਲਕੋਹਲ ਦੇ ਵਿੱਚੋਂ ਦੀ ਵਾਟਰ ਬਾਹਰ ਕੱਢਣਾ ਹੈ। ਜੇ ਤਾਂ ਇੱਕੋ ਮੋਲੀਕਿਊਲ ਚੋਂ ਬਾਹਰ ਕੱਢਤਾ ਤਾਂ ਆਪਣੇ ਕੋਲੇ ਐਲਕੀਨ ਇੱਕ ਮੇਜਰ ਪ੍ਰੋਡਕਟ ਬਣੇਗਾ, ਤੇ ਜੇ ਦੋ ਮੋਲੀਕਿਊਲ ਇਸਤੇਮਾਲ ਕੀਤੇ ਤਾਂ ਆਪਣੇ ਕੋਲੇ ਈਥਰ ਇੱਕ ਮੇਜਰ ਪ੍ਰੋਡਕਟ ਬਣੇਗਾ। डिहाइड्रेशन हमेशा कॉन्सेंट्रेटेड H2SO4 ਦੀ ਹੀ ਪ੍ਰੈਜ਼ੈਂਸ ਚ ਹੋਏਗੀ। अगर टेम्परेचर 443 है तो अल्कीन बनेगी, और अगर टेम्परेचर 413 है तो ईथर बनेगा। दिस इज वेरी इंपॉर्टेंट। पेपर दे विच जदों कंप्लीट द इक्वेशन आंदी है ना, तो बेटे बच्चों नूं अक्सर पता ही नहीं लगता कि असीं इहदे च लिखना की है। सो तुहानूं जो पुछया जाएगा कंप्लीट द इक्वेशन दे विच, तुसीं जे तां टेम्परेचर 443 है तो प्रोडक्ट विल बी अल्कीन, और अगर 413 है तो प्रोडक्ट विल बी ईथर। इनू इग्नोर नहीं करना। हुण ये देखो कि अपने कोले ईथर बनदा किवें। देखो जदों अल्कोहल मॉलिक्यूल लिता इनदी प्रोटोनेशन हुई तो ऑक्सीजन दे उत्ते इत्थे पॉजिटिव चार्ज आ जाता है। जिहड़ा ये प्रोटोनेटेड अल्कोहल है, this protonated alcohol, this is unstable। इनदे उत्ते दूजा अल्कोहल मॉलिक्यूल जिहड़ा है वो अटैक कर दिंदा है। ट्राई टू अंडरस्टैंड। इत्थे की समझाउण दी कोशिश की जा रही है बेटा कि जदों आ इत्थे प्रोटोनेशन हुई तो इत्थों दी वाटर मॉलिक्यूल जिहड़ा बाहर निकल जाएगा। आ वाटर मॉलिक्यूल बाहर निकल गया, इत्थे कार्बन दे उत्ते पॉजिटिव चार्ज आ जाएगा। दिस विल बी पॉजिटिवली चार्ज्ड कार्बन। तो जिहड़ा दूजा अल्कोहल मॉलिक्यूल है जिंदे कोले ऑक्सीजन दे उत्ते दो लोन पेयर है, इट एक्ट्स एज न्यूक्लियोफाइल। सो ये इत्थे जाके अटैक कर देगा। दिस इज द अटैकिंग अल्कोहल, दिस वन। ठीक है, इस पॉजिटिवली चार्ज कार्बन दे उत्ते इत्थे ऑक्सीजन ने अटैक कर दिता। एज अ रिजल्ट ऑक्सीजन दे उत्ते हुण पॉजिटिव चार्ज आ गया, तो इत्थों दी हाइड्रोजन जिहड़ी है वो बाहर निकल जाती है एज H पॉजिटिव। जे इत्थों दी हाइड्रोजन बाहर निकल गई तो पिछे की बच जाएगा? ईथर। हाइड्रोजन और ऑक्सीजन दे विचकार वाला इलेक्ट्रॉन पेयर जिहड़ा है वो ऑक्सीजन नूं मिल जाता है। ठीक है, सो ईथर इज फॉर्म्ड एज अ रिजल्ट। बेटा एज यूजुअल एक बारी फिर इनू आपां लिख के देखना है। स्टैप इहदे याद रखो। सब तो पहला स्टैप की है? प्रोटोनेशन ऑफ अल्कोहल। उस प्रोटोनेटेड अल्कोहल दे उत्ते दूसरा अल्कोहल मॉलिक्यूल जिहड़ा है वो अटैक करता है। सो किद्दां करना आपां इहनू एक बारी
लिख के देखते हैं कि ਆਪਾਂ ਕੋਈ ਵੀ ਅਲਕੋਹਲ ਮੋਲੀਕਿਊਲ ਲਿੱਤਾ, CH3 ਆਪਾਂ ਕੋਈ ਵੀ ਅਲਕੋਹਲ ਮੋਲੀਕਿਊਲ ਲਿੱਤਾ, CH3 CH2OH, ਇਹਦੇ ਉੱਤੇ ਇਹਦੀ ਪ੍ਰੋਟੋਨੇਸ਼ਨ ਹੋ ਗਈ, ਇਹਦੀ ਪ੍ਰੋਟੋਨੇਸ਼ਨ ਹੋਈ ਤਾਂ ਕੀ ਬਣਿਆ, CH3 CH2OH। ਇਹਦੇ ਕੋਲੇ ਆਕਸੀਜਨ ਕੋਲੇ 2 ਇਲੈਕਟ੍ਰੋਨ ਪੇਅਰ ਸੀ ਨਾ। ਹੁਣ ਆਹ ਵਾਲਾ ਜਿਹੜਾ ਇਲੈਕਟ੍ਰੋਨ ਪੇਅਰ ਹੈ ਐਕਚੁਅਲੀ ਇਟ ਇਜ਼ ਸ਼ੇਅਰਡ ਬਿਟਵੀਨ H ਪੋਜ਼ਿਟਿਵ ਐਂਡ O। ਐਜ਼ ਅ ਰਿਜ਼ਲਟ ਹੁਣ ਆਕਸੀਜਨ ਦੇ ਉੱਤੇ ਇੱਥੇ ਪੋਜ਼ਿਟਿਵ ਚਾਰਜ ਆ ਜਾਂਦਾ ਹੈ, ਠੀਕ ਹੈ। ਤਾਂ ਕੀ ਹੋਏਗਾ, ਜਦੋਂ ਅਸੀਂ ਆਹ ਸਟਰਕਚਰ ਲਿਖਦੇ ਹਾਂ CH3 CH2, ਇਹ ਇੱਕ ਮੈਂ ਨਵਾਂ ਇੱਥੇ ਅਲਕੋਹਲ ਮੋਲੀਕਿਊਲ ਲੈ ਲਿਆ, ਇਹਨੇ ਅਟੈਕ ਕਰਨਾ ਹੈ ਇਹਦੇ ਉੱਤੇ CH3 CH2OH ਐਂਡ H, ਔਰ ਇੱਕ ਜਿਹੜਾ ਹੈ ਇੱਥੇ ਇਲੈਕਟ੍ਰੋਨ ਪੇਅਰ ਬਣਿਆ ਹੋਇਆ ਹੈ। ਨਾਓ what will happen, ਇੱਥੋਂ ਦੀ ਵਾਟਰ ਮੋਲੀਕਿਊਲ ਇਜ਼ ਰਿਮੂਵਡ ਆਊਟ, ਵਾਟਰ ਨਿਕਲ ਗਿਆ, ਬਾਹਰ ਨਿਕਲ ਗਿਆ, ਠੀਕ ਹੈ। ਸੋ ਇੱਥੇ ਕਾਰਬਨ ਦੇ ਉੱਤੇ ਪੋਜ਼ਿਟਿਵ ਚਾਰਜ ਆ ਗਿਆ। ਨਾਓ ਦਿਸ ਆਕਸੀਜਨ ਇਟ ਵਿਲ ਅਟੈਕ ਓਵਰ ਹੇਅਰ, ਕੀ ਬਣ ਜਾਏਗਾ, ਮੈਂ ਇੱਥੋਂ ਦੀ ਲਿਖਣਾ ਸ਼ੁਰੂ ਕਰਦੀ ਹਾਂ ਹੁਣ, CH3 CH2, ਇਹਦੇ ਉੱਤੇ ਕਿਹਨੇ ਅਟੈਕ ਕੀਤਾ, ਇਹਦੇ ਉੱਤੇ ਅਟੈਕ ਕੀਤਾ O ਜਿਹਦੇ ਤੇ H ਲੱਗਿਆ ਹੋਇਆ ਹੈ, CH2 CH3, ਆ ਚੀਜ਼ ਨੇ ਅਟੈਕ ਕੀਤਾ ਨਾ। ਸੋ ਜਿਹੜਾ ਇੱਥੇ ਦਾ ਪੋਜ਼ਿਟਿਵ ਸੀਗਾ ਨਾ, ਹੁਣ ਉਹ ਪੋਜ਼ਿਟਿਵ ਜਿਹੜਾ ਹੈ ਉਹ ਖਤਮ ਹੋ ਗਿਆ, ਆਕਸੀਜਨ ਨੇ ਉਹਨੂੰ ਆਪਣੇ ਇਲੈਕਟ੍ਰੋਨ ਦੇਤੇ, ਠੀਕ। ਇੱਥੋਂ ਦੀ H ਪੋਜ਼ਿਟਿਵ ਬਾਹਰ ਨਿਕਲ ਜਾਏਗਾ ਤੇ ਆ ਇਲੈਕਟ੍ਰੋਨ ਆਕਸੀਜਨ ਕੋਲੇ ਵਾਪਸ ਆ ਜਾਣਗੇ। ਦਿਸ ਇਜ਼ ਵਾਟ, ਦਿਸ ਇਜ਼ ਈਥਰ। ਸੋ ਈਥਰ ਇਜ਼ ਫਾਰਮਡ ਬਾਈ, ਇੱਥੇ ਜਿਹੜੀ ਲਾਈਨ ਹੈ ਨਾ ਪ੍ਰੀਵੀਅਸਲੀ ਜਿਹੜਾ ਤੁਹਾਨੂੰ ਮੈਂ ਸ਼ੋ ਕਰ ਰਹੀ ਸੀਗੀ, ਇੱਥੇ ਦੇਖੋ ਕੀ ਲਿਖਿਆ ਹੋਇਆ ਹੈ। ਹੁਣ ਆਪਾਂ ਇਹ ਲਾਈਨ ਦੁਬਾਰਾ ਪੜ੍ਹਦੇ ਹਾਂ ਕਿ ਫਾਰਮੇਸ਼ਨ ਆਫ ਈਥਰ ਇਨਵੋਲਵਸ SN2 ਮੈਕੈਨਿਜ਼ਮ, ਇੱਥੇ ਅਟੈਕ ਆਫ ਅਲਕੋਹਲ ਮੋਲੀਕਿਊਲ ਔਨ ਅ ਪ੍ਰੋਟੋਨੇਟਿਡ ਅਲਕੋਹਲ। ਆ ਹੋ ਗਿਆ ਪ੍ਰੋਟੋਨੇਟਿਡ ਅਲਕੋਹਲ, ਦਿਸ ਵਨ ਪ੍ਰੋਟੋਨੇਟਿਡ ਅਲਕੋਹਲ ਦੇ ਉੱਤੇ ਅਲਕੋਹਲ ਨੇ ਅਟੈਕ ਕੀਤਾ, ਸਮਝ ਲੱਗ ਗਈ ਹੁਣ ਇਹ ਗੱਲ। ਸੋ ਬੇਟਾ ਇਹਦੇ ਵਿੱਚ ਹੁਣ ਆਪਾਂ ਨੈਕਸਟ ਜੋ ਕਰਨਾ ਹੈ that is दूसरा मैथड अल्कोहल की प्रिपरेशन का आपां करना है, बहुत ही फेमस मैथड है, इनू असी कहने हैं विलियमसन सिंथेसिस। विलियमसन सिंथेसिस याद रखो बेटा, इनका नाम इज विलियमसन सिंथेसिस। बेटे फेमस नेम रिएक्शन है, इस करके इनू एग्जामिनेशन दे विच काफ़ी इंपॉर्टेंट कंसिडर किया जाता है। जदों कोई अल्काइल हैलाइड सोडियम अल्कोक्साइड दे नाल, व्हाट इज दिस, दिस इज सोडियम अल्कोक्साइड, इनदे नाल जदों रिएक्ट करेगा तां X और Na, ये NaX दी शक्ल दे विच बाहर निकल जाएगा और पिछे की बचेगा ROR डैश, दिस इज ईथर। एग्जाम्पल ले लैने इत्थे आपां, सोडियम दे नाल आ जदों O, बेटे एक चीज़ याद रखो, NaOH नूं आपां की कहने हैं, सोडियम हाइड्रोक्साइड, ते जे H दी थां ते R आ जावे, दिस इज सोडियम अल्कोक्साइड। सो इत्थे आपां सोडियम अल्कोक्साइड लै रहे हैं। सो सोडियम अल्कोक्साइड लिता, NaBr बाहर निकल गया ते अपने कोले दिस ईथर इज प्रोड्यूस्ड। हुण इत्थे सोचण वाली गल है कि कुछ इंटरस्टिंग भी हुंदा है बेटा, इहदे च वो इंटरस्टिंग पॉइंट की है कि जे आपां सेकेंडरी और टर्शरी अल्काइल हैलाइड यूज कर लिया ना, इत्थे तां ये मिथाइल ब्रोमाइड सीगा, पर जे इहदी थां ते आपां अल्काइल हैलाइड सेकेंडरी या टर्शरी यूज कर लिए तां एलिमिनेशन रिएक्शन जिहड़ी है वो इट कंपीट्स ओवर सबस्टिट्यूशन रिएक्शन, मतलब इत्थे एलिमिनेशन रिएक्शन हो जाएगी बजाय कि ईथर बनन दे। किवें देखो, आ है टर्शरी अल्काइल हैलाइड, होना तो की सी कि NaBr ने बाहर निकल जाना है ना, ये तो एज यूजुअल आपां सोच रहे सी NaBr बाहर निकलेगा ते इत्थे ईथर बनेगा, बट नो, हुंदा की है कि अल्काइल हैलाइड दे विचों दी H भी बाहर निकलता है जो इहदे इस पार्ट नाल जुड़ जाता है ते अल्कोहल बना लैंदा है।
Na ਤੇ Br NaBr। ਹੁਣ ਜਦੋਂ ਇਸ ਕਾਰਬਨ ਤੋਂ Br ਨਿਕਲ ਗਿਆ ਤੇ ਇਸ ਕਾਰਬਨ ਤੋਂ H ਨਿਕਲ ਗਈ ਤਾਂ ਕੀ ਬਣ ਜਾਏਗਾ, ਇਹਨਾਂ ਦੇ ਵਿਚਕਾਰ ਡਬਲ ਬੌਂਡ ਆ ਜਾਏਗਾ ਐਂਡ ਦਿਸ ਇਜ਼ ਅਲਕੀਨ। ਅਲਕੀਨ ਇਜ਼ ਦ ਮੇਜਰ ਪ੍ਰੋਡਕਟ। ਠੀਕ ਹੈ, ਹੁਣ ਇਸੇ ਚੀਜ਼ ਨੂੰ ਆਪਾਂ ਇੱਕ ਵਾਰੀ ਐਜ਼ ਯੂਜੂਅਲ ਲਿਖ ਕੇ ਵੀ ਦੇਖਾਂਗੇ। याद रखो ਆਪਾਂ ਇੱਥੇ ਕੀ ਲਿਖਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਕਿਹਾ ਕਿ ਵਿਲੀਅਮਸਨ ਸਿੰਥੇਸਿਸ ਹੁੰਦਾ ਹੈ ਕਿ ਜੇ ਕੋਈ ਅਲਕਾਈਲ ਹੈਲਾਈਡ ਸੋਡੀਅਮ ਅਲਕੋਕਸਾਈਡ ਦੇ ਨਾਲ ਰਿਐਕਟ ਕਰਦਾ ਹੈ, ਜੇ ਤੁਸੀਂ ਇਹਨੂੰ ਸੋਡੀਅਮ ਅਲਕੋਕਸਾਈਡ ਨੂੰ ਐਦਾਂ ਲਿਖ ਲਓ ਤਾਂ ਸ਼ਾਇਦ ਤੁਹਾਨੂੰ ਈਜ਼ੀਲੀ ਯਾਦ ਹੋ ਜਾਏ। ਠੀਕ ਹੈ, ਹੁਣ ਇੱਥੋਂ ਆ ਚੀਜ਼ ਇਹ ਸਮਝ ਆਉਂਦੀ ਹੈ ਕਿ ਈਥਰ ਬਣ ਗਿਆ ਔਰ ਇਸ ਰਿਐਕਸ਼ਨ ਨੂੰ ਕੀ ਨਾਮ ਦਿੱਤਾ ਜਾਂਦਾ ਹੈ, ਇਹਨੂੰ ਦਿੱਤਾ ਜਾਂਦਾ ਹੈ ਨਾਮ ਵਿਲੀਅਮਸਨ ਸਿੰਥੇਸਿਸ। ਵਿਲੀਅਮਸਨ ਸਿੰਥੇਸਿਸ ਦੇ ਵਿੱਚ ਜੇ ਅਲਕਾਈਲ ਹੈਲਾਈਡ ਸੈਕੰਡਰੀ ਜਾਂ ਟਰਸ਼ਰੀ ਹੋ ਗਿਆ, ਜਿਵੇਂ ਲਾਈਕ ਦਿਸ, ਇੱਥੇ ਇਹ ਇੱਕ ਟਰਸ਼ਰੀ ਹੈਲਾਈਡ ਲੈ ਲਿਆ। ਜੇ ਟਰਸ਼ਰੀ ਹੈਲਾਈਡ ਹੋਏਗਾ ਤਾਂ ਉੱਥੇ ਆਪਣੇ ਕੋਲੇ ਈਥਰ ਨਹੀਂ ਮਿਲਣਾ, ਉੱਥੇ ਈਥਰ ਆਪਾਂ ਨੂੰ ਨਹੀਂ ਮਿਲੇਗਾ। we won't get ether, no, what will we get, we will get alkene। ਦੇਖੋ ਕਿੱਦਾਂ ਹੋਏਗੀ ਰਿਐਕਸ਼ਨ, ਦੇਖੋ ਬੇਟਾ ਜੀ ਇੱਥੋਂ NaX ਨਿਕਲੇਗਾ ਬਾਹਰ, R-OH ਇੱਥੋਂ ਦੀ H ਬਾਹਰ ਨਿਕਲ ਗਿਆ ਤਾਂ ਆਪਣੇ ਕੋਲੇ ਇੱਕ ਤਾਂ NaX ਬਣ ਗਿਆ, ਇੱਕ R-OH ਬਣ ਗਿਆ ਤੇ ਬਾਕੀ ਆ ਚੀਜ਼ ਦੇ ਵਿੱਚੋਂ ਇਸ ਕਾਰਬਨ ਤੋਂ X ਚਲੀ ਗਈ, ਇਸ ਕਾਰਬਨ ਤੋਂ H ਚਲੀ ਗਈ ਤਾਂ ਇਹਨਾਂ ਦੋਨਾਂ ਦੇ ਵਿਚਕਾਰ ਕੀ ਆ ਜਾਏਗਾ, ਆਹ ਵਾਲੇ ਮਿਥਾਈਲ ਤਾਂ ਉਦਾਂ ਦੇ ਉਦਾਂ ਹੀ ਲੱਗੇ ਹੋਏ ਆ, ਇਹਨਾਂ ਦੋਨਾਂ ਦੇ ਵਿਚਕਾਰ ਡਬਲ ਬੌਂਡ ਆ ਜਾਏਗਾ ਐਂਡ ਦਿਸ ਇਜ਼ ਐਲਕੀਨ। ਸੋ ਇਹ ਸਮਝ ਲੱਗ ਗਿਆ ਬੇਟਾ ਜੀ, #chemistryhood, yes, okay, now we are to study the physical properties of ethers। बेटे इनदे ते काफी इंपॉर्टेंट सवाल बनते हैं। सो फर्स्टली डाईमिथाइल ईथर या डाईइथाइल ईथर, या ऐ समझ लो कि जेडे लोअर ईथर है वो गैशियस होंदे हैं, जेडे बाकी ईथर्स हैं दे आर लिक्विड। ईथर्स जेडे हैं पानी दे नालों हल्के होंदे हैं, मतलब उन्हां दी डेंसिटी पानी नालों घट है। तीसरी चीज, ईथर्स हाईली वोलाटाइल इन नेचर, मतलब ईथर्स दे वेपर बन जाते हैं। चौथी चीज है ईथर्स दी सॉल्युबिलिटी। ईथर्स जेडे हैं लोअर ईथर स्पेशली वो पानी च घुल जाते हैं, दे आर सॉल्युबल इन वाटर। ठीक है, बट पानी नालों उन्हां दी सॉल्युबिलिटी क्लोरोफॉर्म या बेंजीन कहने दा मतलब ऑर्गेनिक सॉल्वेंट्स च हाईली सॉल्युबल हुंदे हैं। तुहानूं मैं एक चीज दसी सी कि कदे भी आपां बेटा कोई तुहानूं क्वेश्चन इस तरह का पूछा जाता है कि वाई सम रिएजेंट इज सॉल्युबल इन वाटर, उनका आंसर की होएगा कि इट इज कैपेबल ऑफ फॉर्मिंग हाइड्रोजन बॉन्ड्स विद वाटर। सो आपां सिमिलरली ईथर्स के केस च गल करते हैं ना जदों, तां असीं उत्थे भी यही आंसर करना है कि ईथर जिहड़ा है वो वाटर दे नाल हाइड्रोजन बॉन्ड बनांदा है। किवें, तुसी इत्थे स्ट्रक्चर ड्रॉ करके देखो, दिस इज ROR। ठीक, तो तुहानूं पता है कि इत्थे दो लोन पेयर्स हैं ते ईथर जिहड़ा है वो वाटर दे नाल हाइड्रोजन बॉन्ड शो करेगा, फॉर्म करेगा। सो हाइड्रोजन बॉन्ड तो मैं पिछले लेक्चर च भी दस्सिया सी कि किवें बनाने हैं हाइड्रोजन बॉन्ड। उहदे लई बेटा तुहानूं सिंपल हाइड्रोजन बॉन्डिंग दी क्लैरिटी होनी चाहिए है। देखो जिस तरह मर्जी तुसी ड्रॉ कर लो, फैक्ट तो उही रहने चाहिए है ना। हुण ऑक्सीजन दे उत्ते आर ग्रुप दे कंपैरेटिवली पार्शियल नेगेटिव चार्ज है। ठीक, ते जेडे वाटर मॉलिक्यूल है उन्हां दे विच हाइड्रोजन दे उत्ते पार्शियल पॉजिटिव चार्ज है। सो मैं इत्थे दो वाटर मॉलिक्यूल शो कर रही हैं। ठीक, सो कैन यू थिंक कि इत्थे आ हाइड्रोजन बॉन्डिंग, ether forms a hydrogen bond with
वाटर। इस करके हाइड्रोजन बॉन्डिंग करके ईथर जेड़े हैं दे आर soluble in water. Ethers are soluble in water. Okay, so अगली ਜਿਹੜੀ ਚੀਜ਼ ਹੈ that is regarding their boiling point. Ethers ਦਾ ਜਿਹੜਾ boiling point ਹੈ ਉਹ comparatively alcohol ਦੇ ਨਾਲੋਂ ਘੱਟ ਹੁੰਦਾ ਹੈ। ਇਹਦਾ ਕਾਰਨ ਕੀ ਹੈ ਕਿ ਈਥਰਸ ਦੇ ਵਿੱਚ ਇੰਟਰਮੋਲੀਕੂਲਰ ਹਾਈਡਰੋਜਨ ਬੌਂਡਿੰਗ ਨਹੀਂ ਹੁੰਦੀ। ਸੋ ਇਹਦੇ 'ਚ ਤੁਹਾਨੂੰ ਯਾਦ ਹੋਏਗਾ ਅਲਕੋਹਲ ਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਕਰਵਾਈ ਸੀ ਐਸੋਸੀਏਟਿਡ ਨੇਚਰ, ਕਿ ਅਲਕੋਹਲਸ ਜਿਹੜੇ ਹੈ ਉਹ ਇੱਕ ਦੂਜੇ ਦੇ ਨਾਲ ਜੁੜੇ ਹੁੰਦੇ ਹੈ ਲਾਈਕ ਦਿਸ, ਦੇ ਸ਼ੋ ਐਸੋਸੀਏਸ਼ਨ, ਜਿਸ ਕਰਕੇ ਇਹਨਾਂ ਦਾ ਬੋਇਲਿੰਗ ਪੁਆਇੰਟ ਜਿਹੜਾ ਹੈ ਉਹ ਜ਼ਿਆਦਾ ਹੁੰਦਾ ਹੈ, ਬੋਇਲਿੰਗ ਪੁਆਇੰਟ ਇਜ਼ ਹਾਈ। ਪਰ ਜਿਹੜੇ ਈਥਰ ਹੈ ਨਾ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਐਸੋਸੀਏਸ਼ਨ ਨਹੀਂ ਹੁੰਦੀ, ਦੇ ਆਰ ਨਾਟ ਐਸੋਸੀਏਟਿਡ, ਤਾਂ ਐਜ਼ ਅ ਰਿਜ਼ਲਟ ਇਹਨਾਂ ਦਾ ਜਿਹੜਾ ਬੋਇਲਿੰਗ ਪੁਆਇੰਟ ਹੈ ਉਹ ਆਈਸੋਮੈਰਿਕ ਅਲਕੋਹਲਸ ਦੇ ਮੁਕਾਬਲੇ ਘੱਟ ਹੋਏਗਾ। ਸੋ ਇੱਕ ਜਿਹੜੀ ਇੱਥੇ ਫਿਜ਼ੀਕਲ ਪ੍ਰੋਪਰਟੀ ਹੋਰ ਆਪਾਂ ਗੱਲ ਕਰਦੇ ਆ ਨਾ ਉਹ ਹੁਣੇ ਨਾਲ ਦੀ ਨਾਲ ਹੀ ਕਰ ਲੈਂਦੇ ਆ, ਦੈਟ ਇਜ਼ ਡਾਇਪੋਲ ਮੂਵਮੈਂਟ। बेटे ये चीज काफी बच्चे इग्नोर कर जाते हैं। डायपोल मूवमेंट होंदी है कि डिग्री ऑफ पोलैरिटी, बच्चे स्ट्रक्चर इदा समझते हैं तो वो कहते हैं कि जे आपां डायपोल मूवमेंट देखनी है तो डायपोल मूवमेंट इज वैक्टर सम, तो ऑक्सीजन वाले पासे एक वैक्टर ते दूजा आर वाले पासे, तो कह देंगे हैं जी जीरो डायपोल मूवमेंट है, जबकि इदा नहीं होंदा। अल्कोहल दे मॉलिक्यूल और ईथर दे मॉलिक्यूल दे शो डायपोल मूवमेंट। ईथर्स दे विच डायपोल मूवमेंट क्यों हुंदी है? क्योंकि यह एक बेंट स्ट्रक्चर है, एंगुलर स्ट्रक्चर है। इत्थे दो डायपोल्स जिहड़े हैं वो 111 डिग्री ते इंक्लाइंड होंदे हैं, तो ओवरऑल जिहड़ी डायपोल मूवमेंट है इहदे च अराउंड 1.1 डायपोल मूवमेंट ऑब्जर्व की जाती है। ठीक है, सो फिजिकल प्रॉपर्टीज दे विच ईथर्स च आपां उन्हां दी स्टेट, उन्हां दी वोलेटाइल नेचर, उन्हां दी डेंसिटी, सॉल्युबिलिटी ते बॉइलिंग पॉइंट्स, इन्हां फिजिकल प्रॉपर्टीज दा आपां जिक्र कीता है। नाउ वी विल बी डूइंग द केमिकल प्रॉपर्टीज ऑफ ईथर्स। सो फस्ट ऑफ ऑल कैमिकल प्रॉपर्टीज ऑफ ईथर्स दे विच असी जिहड़ी प्रॉपर्टी करते हैं दैट इज हाइड्रोलिसिस। सो हाइड्रोलिसिस जिवें नाम तो ही पता लगता है कि वाटर ऐड करके ईथर नू क्लीव किया जाएगा, ईथर नू दो हिस्सों दे विच तोड़ दिता जाएगा। सो वाटर दे दो हिस्से किहड़े हैं, एक है H ते एक है OH। सो एक हिस्से कोले जे OH गया ते दूजे हिस्से कोले H गया तो ये दो अल्कोहल मॉलिक्यूल्स बन गए एंड दिस रिएक्शन अकर्स इन प्रेजेंस ऑफ कंसनट्रेटेड H2SO4। सो इस रिएक्शन नू लिख के देखा जाए तो आई थिंक तुसी ईजीली यू शुड बी एबल टू राइट कि जे आपां ईथर दे विच वाटर ऐड करते हैं हाइड्रोलिसिस होएगा और दो अल्कोहल मॉलिक्यूल्स जिहड़े है बननगे। ठीक है, सो नेक्स्ट आपां सेकेंड रिएक्शन जिहड़ी इत्थे करनी है दैट इज रिएक्शन विद हैलोजन एसिड। हैलोजन एसिड ईथर दे नाल जदों रिएक्ट करते हैं ना तो उन्हां दी रिएक्टिविटी सेम नहीं हुंदी। HI सब तो ज़्यादा रिएक्टिव हुंदा है, उस तो घट HBr ते उस तो घट HCl ते सब तो घट HF रिएक्टिव हुंदा है। जदों आपां HI नाल रिएक्ट करते हैं ना ते इत्थे असीं देखते हैं कि 2 HI मॉलिक्यूल एक ईथर दे नाल कंबाइन करते हैं ते सब्सटीट्यूशन रिएक्शन समझ लो, क्लीवेज समझ लो, इथाइल आयोडाइड मॉलिक्यूल्स बन गए। बट जो कोल्ड कंडीशन दे विच HI रिएक्ट करता है तो अल्कोहल और इथाइल आयोडाइड मॉलिक्यूल बने। इन्हां नूं आपां समझण दी कोशिश करते हैं कि एक्चुअली इत्थे हो की रहा है। सो फॉर दैट ਆਪਾਂ ਇੱਥੇ ਗੱਲ ਕਰ ਰਹੇ ਹਾਂ ਕਿ ਈਥਰ ਦੀ ROR ਦੀ HX ਹੈਲੋਜਨ ਐਸਿਡਸ ਦੇ ਨਾਲ ਰਿਐਕਸ਼ਨ ਐਂਡ ਵੀ ਸੇ
कि अपने कोले एक एल्कोहल बन जाता है ते एक नाल अपने कोले बन जाता है RX। ठीक है, ਹੁਣ ਜਿਹੜਾ ਐਲਕੋਹਲ ਬਣਿਆ ਹੈ, ਜੇ ਆਪਾਂ HX ਐਕਸੈਸ ਚ ਯੂਜ਼ ਕਰ ਰਹੇ ਹਾਂ ਨਾ, ਤਾਂ ਆਪਾਂ ਨੂੰ ਪਤਾ ਹੈ ਕਿ ਐਲਕੋਹਲ ਇਹ HX ਦੇ ਨਾਲ ਕੰਬਾਈਨ ਕਰਦਾ ਹੈ। ਇਸੇ ਚੈਪਟਰ 'ਚ ਆਪਾਂ ਪੜ੍ਹਿਆ ਹੈ ਤੇ ਆਪਣੇ ਕੋਲੇ ਕੀ ਬਣਦਾ ਹੈ, RX ਬਣਦਾ ਹੈ ਤੇ ਨਾਲ ਵਾਟਰ ਰਿਲੀਜ਼ ਆਊਟ ਹੁੰਦਾ। ਸੋ ਜੇ ਆਪਾਂ ਇਹਨਾਂ ਦੋਨੋਂ ਰਿਐਕਸ਼ਨਸ ਦਾ ਸਮ ਟੋਟਲ ਦੇਖੀਏ, ਰਿਐਕਟੈਂਟਸ ਵਾਲੇ ਪਾਸੇ ਰਿਐਕਟੈਂਟ ਲਿਖ ਲਈਏ ਤੇ ਪ੍ਰੋਡਕਟਸ ਵਾਲੇ ਪਾਸੇ ਪ੍ਰੋਡਕਟ ਲਿਖ ਲਈਏ, ਤਾਂ ਇੱਥੇ ਆਪਣੇ ਕੋਲੇ ROR ਪਲੱਸ ਆ ਦੋ ਮੋਲੀਕਿਊਲ ਹੈਗੇ ਆ 2HX ਪਲੱਸ ਆ ਵਾਲਾ ROH। ਠੀਕ, ਸੋ ਇੱਧਰ ਪ੍ਰੋਡਕਟ ਵਾਲੇ ਪਾਸੇ ROH RX ਦੇ ਦੋ ਮੋਲੀਕਿਊਲ ਹੋ ਗਏ 2RX ਪਲੱਸ ਵਾਟਰ। ਠੀਕ ਹੈ, ਆ ਵਾਲੇ ਚੀਜ਼ਾਂ ਕੱਟੀਆਂ ਗਈਆਂ। ਸੋ ਇਹਨਾਂ ਵੇ ਆਪਣੇ ਕੋਲੇ ਆ ਰਿਐਕਸ਼ਨ ਆ ਗਈ। ਕੀ ਰਿਐਕਸ਼ਨ ਬਣੀ ਕਿ ਈਥਰ ਜਦੋਂ HX ਦੇ ਨਾਲ ਰਿਐਕਟ ਕਰਦਾ ਹੈ ਤਾਂ RX ਬਣਦਾ ਹੈ ਤੇ ਵਾਟਰ ਬਣਦਾ ਹੈ। ਇਹ ਰਿਐਕਸ਼ਨ ਕਦੋਂ ਹੋਏਗੀ, ਜਦੋਂ HX ਐਕਸੈਸ 'ਚ ਹੈ। ਜੇ HX ਐਕਸੈਸ 'ਚ ਨਹੀਂ ਹੈ, ਬਹੁਤ ਜ਼ਿਆਦਾ ਨਹੀਂ ਹੈ, ਲਿਮਿਟਿਡ ਅਮਾਉਂਟ ਦੇ ਵਿੱਚ ਹੀ ਹੈ, ਤਾਂ ਰਿਐਕਸ਼ਨ ਇੱਥੇ ਹੀ ਸਟਾਪ ਹੋ ਜਾਏਗੀ ਇਸੇ ਲੈਵਲ ਤੇ। ਠੀਕ ਹੈ, ਸੋ ਇਹ ਚੀਜ਼ ਨੂੰ ਕਨਫਿਊਜ਼ ਨਹੀਂ ਕਰਨਾ। ਐਗਜ਼ਾਮੀਨੇਸ਼ਨ 'ਚ ਸਿਰਫ ਇੱਕ ਵਰਡ ਲਿਖਿਆ ਹੋਏਗਾ ਐਕਸੈਸ, ਜਾਂ ਕੁਝ ਵੀ ਨਾਲ ਨਹੀਂ ਲਿਖਿਆ ਹੋਏਗਾ। ਤਾਂ ਤੁਹਾਡਾ ਜਿਹੜਾ ਕੰਪਲੀਟ ਦਾ ਰਿਐਕਸ਼ਨ ਹੈ ਉਹਦੇ 'ਚ ਪ੍ਰੋਡਕਟ ਜੇ ਐਕਸੈਸ ਲਿਖਿਆ ਹੋਇਆ ਨਾ ਈਥਰ ਦੇ ਨਾਲ HX ਦਾ, ਤਾਂ ਤੁਸੀਂ ਪ੍ਰੋਡਕਟ ਦੇ ਵਿੱਚ ਐਲਕਾਈਲ ਹੈਲਾਈਡ ਤੇ ਵਾਟਰ ਸ਼ੋ ਕਰੋਗੇ, ਔਰ ਜੇ ਐਕਸੈਸ ਨਹੀਂ ਲਿਖਿਆ ਤਾਂ ਐਲਕੋਹਲ ਪਲੱਸ RX ਸ਼ੋ ਕਰੋਗੇ। ਠੀਕ ਹੈ, ਸੋ ਇਸ ਦੇ ਬਾਅਦ ਜੋ ਆਪਣੇ ਕੋਲੇ ਅਗਲੀਆਂ ਆਉਂਦੀਆਂ ਹੈ, ਦੇ ਆਰ ਵੈਰੀ ਇੰਪੋਰਟੈਂਟ ਕੈਮੀਕਲ ਰਿਐਕਸ਼ਨਸ, ਜਿਹਨੂੰ ਅਸੀਂ ਇਲੈਕਟ੍ਰੋਫਿਲਿਕ ਸਬਸਟੀਟਿਊਸ਼ਨ ਰਿਐਕਸ਼ਨਸ ਕਹਿੰਦੇ ਆ। ਹੁਣ ਈਥਰਸ ਦੇ ਕੇਸ ਦੇ ਵਿੱਚ ਜਿਹੜਾ OR ਗਰੁੱਪ ਹੈ ਇਹ ਆਪਣੇ ਇਲੈਕਟ੍ਰੋਨ ਬੈਂਜ਼ੀਨ ਰਿੰਗ ਨੂੰ ਦੇ ਦਿੰਦਾ ਹੈ ਤੇ ਬੈਂਜ਼ੀਨ ਰਿੰਗ ਦੇ ਕੋਲੇ ਐਜ਼ ਅ ਰਿਜ਼ਲਟ ਨੈਗੇਟਿਵ ਚਾਰਜ ਆ ਜਾਂਦਾ ਹੈ। ਜਿਹੜਾ ਨੈਗੇਟਿਵ ਚਾਰਜ ਹੈ ਉਹ ਬੈਂਜ਼ੀਨ ਰਿੰਗ ਦੀਆਂ ਇਹਨਾਂ ਪੋਜੀਸ਼ਨਸ ਤੇ, ਯਾਨੀ ਆਹ ਵਾਲੀਆਂ ਤਿੰਨ ਪੋਜੀਸ਼ਨਸ ਤੇ ਬੈਂਜ਼ੀਨ ਰਿੰਗ ਨੂੰ ਐਕਟੀਵੇਟ ਕਰ ਦਿੰਦਾ ਹੈ। ਠੀਕ ਹੈ, ਸੋ ਜਦੋਂ ਇਹਨੇ ਐਕਟੀਵੇਟ ਕਰਨਾ ਇਹਨਾਂ ਤਿੰਨ ਪੋਜੀਸ਼ਨਸ ਤੇ, ਇੱਥੇ ਇਲੈਕਟ੍ਰੋਨ ਲਵਿੰਗ ਸਬਸਟੈਂਸਸ, ਇਲੈਕਟ੍ਰੋਨ ਲਵਿੰਗ ਸਬਸਟੈਂਸਸ ਮਤਲਬ ਇਲੈਕਟ੍ਰੋਫਾਈਲ, ਉਹ ਇਹਨਾਂ ਪੋਜੀਸ਼ਨਸ ਤੇ ਅਟੈਕ ਕਰ ਸਕਦੇ। ਠੀਕ ਹੈ, ਸੋ ਇਸ ਕਰਕੇ ਆਪਾਂ ਜਿਹੜਾ OR ਗਰੁੱਪ ਹੈ ਨਾ, ਐਲਕੋਕਸੀ ਗਰੁੱਪ, ਉਹਨੂੰ ਆਪਾਂ ਆਰਥੋ ਪੈਰਾ ਡਾਇਰੈਕਟਿੰਗ ਕਹਿੰਦੇ ਆ, ਕਿਉਂਕਿ ਆਉਣ ਵਾਲੇ ਇਲੈਕਟ੍ਰੋਫਾਈਲ ਨੇ ਆਰਥੋ ਜਾਂ ਪੈਰਾ ਪੋਜੀਸ਼ਨ ਤੇ ਆ ਕੇ ਅਟੈਕ ਕਰਨਾ ਹੈ ਬੈਂਜ਼ੀਨ ਰਿੰਗ ਦੇ। ਠੀਕ ਹੈ, ਹੁਣ ਇਸ ਦੇ ਨਾਲ ਰਿਲੇਟਡ ਆਪਾਂ ਕੁਝ ਰਿਐਕਸ਼ਨਸ ਕਰਕੇ ਦੇਖਦੇ ਹਾਂ। ਜਿਵੇਂ ਸਭ ਤੋਂ ਪਹਿਲੀ ਰਿਐਕਸ਼ਨ ਹੈ ਹੈਲੋਜੀਨੇਸ਼ਨ। ਸੋ ਐਨੀਸੋਲ ਜਿਹੜਾ ਹੈ ਇਹ ਕਾਮਨ ਨੇਮ ਹੈ ਮਿਥਾਈਲ ਫਿਨਾਈਲ ਈਥਰ ਦਾ। ਠੀਕ ਹੈ, ਇਹਨੂੰ ਯਾਦ ਰੱਖ ਲਓ, ਪੇਪਰ ਦੇ ਵਿੱਚ ਤੁਹਾਨੂੰ ਸਵਾਲ ਐਨੀਸੋਲ ਦੇ ਨਾਮ ਤੇ ਹੀ ਪੁੱਛਿਆ ਜਾਏਗਾ। ਮਿਥਾਈਲ ਫਿਨਾਈਲ ਈਥਰ ਜਦੋਂ ਬ੍ਰੋਮੀਨ ਦੇ ਨਾਲ ਹੈਲੋਜਨ ਦੇ ਨਾਲ ਰਿਐਕਟ ਕਰਦਾ ਹੈ ਇਨ ਪ੍ਰੈਜ਼ੈਂਸ ਆਫ ਇਥੇਨੋਇਕ ਐਸਿਡ, ਤਾਂ ਬ੍ਰੋਮੀਨ ਗਰੁੱਪ, ਬ੍ਰੋਮੋ ਗਰੁੱਪ ਜਿਹੜਾ ਹੈ ਉਹ ਆਰਥੋ ਪੋਜੀਸ਼ਨ ਤੇ ਪੈਰਾ ਪੋਜੀਸ਼ਨ ਤੇ ਆ ਕੇ ਅਟੈਕ ਕਰਦਾ ਹੈ। ਇਹਦੇ ਚੋਂ ਹਾਲਾਂਕਿ ਪੈਰਾ ਜਿਹੜਾ ਹੈ ਉਹ ਇੱਕ ਮੇਜਰ ਪ੍ਰੋਡਕਟ ਦੀ ਤਰ੍ਹਾਂ ਬਿਹੇਵ ਕਰਦਾ ਹੈ। ਨੈਕਸਟ ਰਿਐਕਸ਼ਨ ਜੋ ਅਸੀਂ ਇੱਥੇ ਦੇਖਦੇ ਹਾਂ that is ਨਾਈਟ੍ਰੇਸ਼ਨ। ਅਗੇਨ ਐਨੀਸੋਲ ਦੇ ਉੱਪਰ concentrated HNO3 ਔਰ concentrated sulfuric acid ਜਦੋਂ ਅਟੈਕ ਕਰਵਾਏ ਜਾਂਦੇ ਹੈ ਤਾਂ ਆਰਥੋ ਪੋਜੀਸ਼ਨ ਦੇ ਉੱਪਰ as you can see NO2 ਗਰੁੱਪ, ਔਰ ਪੈਰਾ ਪੋਜੀਸ਼ਨ ਦੇ ਉੱਪਰ ਨਾਈਟ੍ਰੋ ਗਰੁੱਪ ਲੱਗ ਜਾਂਦਾ ਹੈ। ਆਰਥੋ ਨਾਈਟ੍ਰੋ ਐਨੀਸੋਲ ਐਂਡ ਪੈਰਾ ਨਾਈਟ੍ਰੋ ਐਨੀਸੋਲ ਜਿਹੜੇ ਹੈ ਉਹ ਬਣ ਜਾਂਦੇ ਹੈ। ਨੈਕਸਟ ਜਿਹੜੀ ਵੈਰੀ ਇੰਪੋਰਟੈਂਟ ਰਿਐਕਸ਼ਨ ਹੈ that is ਫਰੀਡਲ ਕਰਾਫਟ ਰਿਐਕਸ਼ਨ। ਇਹ ਐਲਕਾਈਲੇਸ਼ਨ ਵੀ ਸ਼ੋ ਕਰਤੀ ਜਾਂਦੀ ਹੈ ਈਥਰ ਦੁਆਰਾ ਤੇ ਏਸਾਈਲੇਸ਼ਨ ਵੀ। ਸੋ ਐਲਕਾਈਲੇਸ਼ਨ ਦੇ ਵਿੱਚ ਐਲਕਾਈਲ ਗਰੁੱਪ ਲੱਗ ਜਾਏਗਾ ਔਰ ਏਸਾਈਲੇਸ਼ਨ ਦੇ ਵਿੱਚ ਏਸਾਈਲ ਗਰੁੱਪ ਲੱਗ ਜਾਏਗਾ। ਇਹ ਰਿਐਕਸ਼ਨ ਬੇਟਾ ਵੈਰੀ ਇੰਪੋਰਟੈਂਟ ਰਿਐਕਸ਼ਨ ਹੈ। ਮਿਥੋਕਸੀ ਗਰੁੱਪ ਨੇ ਬੈਂਜ਼ੀਨ ਰਿੰਗ ਨੂੰ ਇਹਨਾਂ ਪੋਜੀਸ਼ਨਸ ਤੇ ਐਕਟੀਵੇਟ ਕਰਤਾ। ਜੇ ਆਪਾਂ ਐਲਕਾਈਲ ਹੈਲਾਈਡ ਲਿੱਤਾ ਤਾਂ ਐਲਕਾਈਲ ਗਰੁੱਪ ਆਰਥੋ ਔਰ ਪੈਰਾ ਪੋਜੀਸ਼ਨ ਤੇ ਲੱਗ ਗਿਆ, ਤੇ ਜੇ ਆਪਾਂ
एसीटाइल क्लोराइड ले लिया तो एसीटाइल ग्रुप जिहड़ा है वो ऑर्थो और पैरा पोजीशन ते लग जाता है। इनू आपां जिवें मैं तुहानू कल भी दस्सिया सी, इनू आपां फ्रीडल क्राफ्ट एल्काइलेशन या FC एल्काइलेशन और फ्रीडल क्राफ्ट एसाइलेशन भी कहते हैं। ठीक है, सो तुसी पेपर दे विच चाहे FC एसाइलेशन पूछ लैन चाहे फ्रीडल क्राफ्ट एसाइलेशन, यू शुड बी एबल टू आंसर दी क्वेश्चन। सो बेटा जी हुण आपां अज दे इस लेक्चर दे विच काफ़ी हद तक अपना कंसैप्ट ईथर दा कंप्लीट कर लिया है। ਤੁਹਾਨੂੰ ਨੋਟਸ ਜਿਹੜੇ ਹੈ ਟੈਲੀਗ੍ਰਾਮ ਗਰੁੱਪ ਦੇ ਵਿੱਚ ਮਿਲ ਜਾਣਗੇ, PDF ਫਾਰਮ 'ਚ ਮਿਲ ਜਾਣਗੇ, ਬਟ ਤੁਸੀਂ ਆਪਣਾ ਨੋਟਸ ਪ੍ਰਿੰਟ ਆਊਟ ਨਹੀਂ ਲੈਣੇ। ਕਿਸ ਤਰ੍ਹਾਂ ਕਰਨਾ ਹੈ, ਤੁਸੀਂ ਆਪਣੇ ਉਹ ਨੋਟਸ ਨੂੰ ਖੁਦ ਹੈਂਡ ਰਿਟਨ ਆਪਣੇ ਨੋਟਸ ਆਪ ਜਨਰੇਟ ਕਰਨੇ ਹੈ। ਬਿਕੋਜ਼ ਇੱਕ ਚੀਜ਼ ਹੈ ਬੇਟੇ, ਜਿਹੜੇ ਨੋਟਸ ਤੁਹਾਨੂੰ ਮਿਲਣਗੇ ਨਾ ਉਹ ਐਨਰਿਚ ਨਹੀਂ ਕੀਤੇ ਹੋਣਗੇ। ਐਨਰਿਚ ਮਤਲਬ ਕਿ ਉਹਨਾਂ ਨੋਟਸ 'ਚ ਜਿੱਥੇ ਜਿੱਥੇ ਕੋਈ ਗਲਤੀ ਸੀ ਜਾਂ ਕੋਈ ਸ਼ਾਰਟ ਕਮਿੰਗ ਸੀ, ਕੋਈ ਕਮੀ ਰਹਿ ਜਾਂਦੀ ਹੈ, ਉਹ ਬੇਟਾ ਵੀਡੀਓ ਲੈਕਚਰ ਦੇ ਵਿੱਚ ਹੀ ਪੂਰੀ ਕੀਤੀ ਜਾਂਦੀ ਹੈ। ਠੀਕ ਹੈ, ਸੋ ਵੀਡੀਓ ਲੈਕਚਰ ਦੇਖ ਕੇ ਆਪਣੇ ਨੋਟਸ ਜਿਹੜੇ ਹੈ ਉਹ PDF ਦੇ ਵਿੱਚ ਐਨਰਿਚ ਕਰ ਲਓ। ਠੀਕ ਹੈ, ਸੋ ਵਨਸ ਅਗੇਨ ਆਈ ਵੁੱਡ ਅਗੇਨ ਰਿਕਮੈਂਡ ਯੂ ਕਿ ਤੁਸੀਂ ਬੇਟਾ ਜੀ ਸਾਰੇ ਬੱਚਿਆਂ ਨੇ ਰਿਟਨ ਪ੍ਰੈਕਟਿਸ ਤੇ ਪੂਰਾ ਜ਼ੋਰ ਦੇਣਾ ਹੈ। ਕੁਝ ਵੀ ਇਦਾਂ ਦਾ ਨਹੀਂ ਹੋਣਾ ਚਾਹੀਦਾ ਜੋ ਤੁਸੀਂ ਲਿਖ ਕੇ ਨਾ ਦੇਖਿਆ ਹੋਵੇ। ਸੋ ਇੱਕ ਚੀਜ਼ ਨੂੰ ਬਾਰ-ਬਾਰ ਸਾਰੇ ਟੀਚਰਸ ਹੀ ਸਟ੍ਰੈਸ ਕਰ ਰਹੇ ਹੈ ਔਰ ਉਹ ਚੀਜ਼ ਹੈ ਰਿਟਨ ਪ੍ਰੈਕਟਿਸ। ਸੋ ਕਾਈਂਡਲੀ ਆਈ ਵੁੱਡ ਅਗੇਨ ਰਿਕਮੈਂਡ ਯੂ ਕਿ ਤੁਸੀਂ ਸਾਰੇ ਰਿਟਨ ਪ੍ਰੈਕਟਿਸ ਕਰੋ। ਸੋ ਥੈਂਕਸ ਫॉर ਵਾਚਿੰਗ।